ਮਾਨ ਸਾਹਿਬ ਤੁਸੀਂ ਪਹਿਲਾਂ ਵੀ ਆਏ ਹੋ ਸੈਨੇਟ ਦੇ ਸੰਘਰਸ਼ ਵੇਲੇ, ਹੁਣ ਵਿਦਿਆਰਥੀ ਫਿਰ ਤੋਂ ਉਹਨਾਂ ਦੇ ਪਰਚਾ ਦੇ ਦਿੱਤਾ ਗਿਆ। ਜਦੋਂ ਚੱਲ ਰਿਹਾ ਸੀ ਸੰਘਰਸ਼ ਜਾਂ ਜਦੋਂ ਘੇਰਿਆ ਸੀ ਉਦੋਂ ਕਿਉਂ ਨਾ ਦਿੱਤਾ ਪਰਚਾ? ਇੱਕ ਮਹੀਨੇ ਬਾਅਦ ਤੁਹਾਨੂੰ ਯਾਦ ਆਇਆ? ਪਹਿਲਾਂ ਦੱਬਣ ਦੀ ਸ਼ਰੇਆਮ ਕੋਸ਼ਿਸ਼ ਕਰਨੀ, ਫਿਰ ਲੁਕ ਛਿਪ ਕੇ ਦੱਬਣ ਦੀ ਕੋਸ਼ਿਸ਼ ਕਰਨੀ। ਮਸਲਾ ਹੱਲ ਹੋ ਗਿਆ, ਇਲੈਕਸ਼ਨ ਹੋਣੇ ਸ਼ੁਰੂ ਹੋ ਗਏ ਤੇ ਬਸ ਹੁਣ ਜਿਹਨੂੰ ਤੁਸੀਂ ਟਾਰਗੇਟ ਕਰਨਾ ਚਾਹੋ ਕਰ ਸਕਦੇ ਆ, ਨਹੀਂ ਹੋਣ ਨਹੀਂ ਦੇਵਾਂਗੇ। ਅਗੇ ਜੇ ਵੀਸੀ ਨਾਲ ਕੁਝ ਹੱਥੋਂ ਪਾਈ ਕੀਤੀ, ਉਹ ਆਪਦੇ ਡਰ ਤੋਂ ਮਾਰੇ ਭੱਜ ਰਹੇ ਨੇ, ਕਿਤੇ ਮੋਟਰਸਾਈਕਲ ਤੇ ਬਹਿ ਗਏ, ਕਿਤੇ ਗੱਡੀ 'ਚ ਬਹਿ ਗਏ। ਨੋਬੋਡੀ ਪੁਸ਼ ਹਿਮ, ਨੋਬੋਡੀ ਪੁਸ਼ ਹਿਮ। ਉਹਨਾਂ ਦੇ ਅੱਜ ਬਿਆਨ ਆਏ ਨੇ, ਉਹ ਕਹਿੰਦੇ ਵੀ ਸਟੂਡੈਂਟ ਨਾਲ ਤਾਂ ਮੈਂ ਬਹੁਤ ਮਿਲਦਾ ਵਿਚਰਦਾ, ਪਰ ਜਿਹੜਾ ਸਟੂਡੈਂਟ ਦਾ ਬਿਹੇਵੀਅਰ ਉਹ ਵਧੀਆ ਨਹੀਂ ਹੈਗਾ। ਇਹ ਜਿਹੀਆਂ ਗੱਲਾਂ ਉਹਨਾਂ ਨੇ ਅੱਜ ਕਹੀਆਂ ਨੇ। ਕਿੰਨਾ ਦਿਨਾਂ 'ਚ ਬਿਹੇਵੀਅਰ ਸਹੀ ਨਹੀਂ ਸੀਗਾ? 1 ਮਹੀਨੇ ਪਹਿਲਾਂ, ਤੇ ਉਹ ਅੱਜ ਕਿਉਂ ਕਰ ਰਹੇ ਰਿਐਕਟ? ਉਹਨੂੰ 1 ਮਹੀਨਾ ਪਹਿਲਾਂ ਰਿਐਕਟ ਕਰ ਲੈਂਦੇ। ਕਹਿਣ ਨਾਲ ਕਿਸੇ ਦਾ ਪਤਾ ਨਹੀਂ ਲੱਗਦਾ, ਤੁਹਾਡੇ ਕਰਮਾਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕਿੰਨੇ ਕੁ ਕਿਸ ਦੇ ਨਾਲ ਹੋ। ਜੇ ਡੈਮੋਕ੍ਰੈਟਿਕ ਸਿਸਟਮ ਦੇ ਖਿਲਾਫ ਨਹੀਂ ਸੀਗੇ, ਇੱਕ ਜਿਹੜੀ ਕਮੇਟੀ ਬਣਾਈ ਸੀ ਇਹਨਾਂ ਨੇ, ਉਹ ਕਮੇਟੀ ਦੀਆਂ ਜੋ ਰਿਕਮੈਂਡੇਸ਼ਨ ਉਹ ਪੜੀਆਂ ਇਹਨਾਂ ਨੇ, ਦੀ ਜੋ ਪੂਰਾ ਡੈਮੋਕ੍ਰੈਟਿਕ ਸਿਸਟਮ ਦਾ ਸਤਿਆਨਾਸ਼ ਕਰ ਰਹੇ, ਉਹ ਨੋਮੀਨੇਟਡ ਹਾਵੀ ਹੋ ਜਿਓ ਕੋਸ਼ਿਸ਼ ਕਰ ਰਹੇ ਸੀਗੇ। ਸੰਘਰਸ਼ ਕਰਨ ਵਾਲੇ ਲੋਕਾਂ ਨਾਲ ਖੜੇ ਨਹੀਂ ਹੋਣਗੇ ਤਾਂ ਇਹ ਆਹੀ ਕੁਛ ਕਰਨਗੇ, ਕੱਲਾ ਕੱਲਾ ਕਰਕੇ ਤੁਹਾਨੂੰ ਟਾਰਗੇਟ ਕਰਨਗੇ ਔਰ ਫਿਰ ਤੁਸੀਂ ਸੰਘਰਸ਼ ਕਰ ਨਾ ਸਕੋ, ਉਹਦੇ ਲਈ ਮਜਬੂਰ ਕਰਨਗੇ। ਜੇ ਤੁਸੀਂ ਹਰ ਥਾਂ ਤੇ ਸਮੂਹਕ ਜਨਤਕ ਹੋ ਕੇ ਇਹਨਾਂ ਦਾ ਵਿਰੋਧ ਕਰੋਗੇ, ਫਿਰ ਇਸ ਆਦਤ ਤੋਂ ਬਾਜ਼ ਆਉਣਗੇ। ਮਾਨ ਸਾਹਿਬ ਤੁਸੀਂ ਪਹਿਲਾਂ ਵੀ ਆਏ ਹੋ ਸੈਨੇਟ ਦੇ ਸੰਘਰਸ਼ ਵੇਲੇ, ਹੁਣ ਵਿਦਿਆਰਥੀ ਫਿਰ ਤੋਂ ਉਹਨਾਂ ਦੇ ਪਰਚਾ ਦੇ ਦਿੱਤਾ ਗਿਆ। ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਦੇਖੋ ਕਿੰਨੀ ਲੁਕਮਾ ਛਿਕ, ਮਤਲਬ ਜਦੋਂ ਚੱਲ ਰਿਹਾ ਸੀ ਸੰਘਰਸ਼ ਜਾਂ ਜਦੋਂ ਘੇਰਿਆ ਸੀ ਉਦੋਂ ਕਿਉਂ ਨਾ ਦਿੱਤਾ ਪਰਚਾ? 1 ਮਹੀਨੇ ਬਾਅਦ ਤੁਹਾਨੂੰ ਯਾਦ ਆਇਆ? ਮਤਲਬ ਪਹਿਲਾਂ ਦੱਬਣ ਦੀ ਸ਼ਰੇਆਮ ਕੋਸ਼ਿਸ਼ ਕਰਨੀ, ਫਿਰ ਲੁਕ ਛਿਪ ਕੇ ਦੱਬਣ ਦੀ ਕੋਸ਼ਿਸ਼ ਕਰਨੀ। ਤੁਸੀਂ ਇਹ ਮੰਨ ਲਿਆ, ਇਲੈਕਸ਼ਨ ਕਰਾਤੇ, ਜਿਹੜੇ ਐਕਸ ਵਿਦਿਆਰਥੀ ਸੀ ਇੱਥੋਂ ਦੇ ਉਹਨਾਂ ਨੂੰ ਹੱਕ ਦੇਤੇ, ਚੰਗੀ ਗੱਲ ਹੋਈ ਨਾ। ਤੁਸੀਂ ਨਹੀਂ ਮੰਨ ਰਹੇ ਸੀ, ਤੁਹਾਨੂੰ ਯਾਦ ਦਿਲਾਤਾ, ਔਰ ਜਿਹੜੇ ਬੰਦੇ ਅੱਗੇ ਲੱਗੇ ਉਹਨਾਂ ਸਟੂਡੈਂਟਾਂ ਦੇ ਵਿਚਾਰਿਆਂ ਤੇ ਕਿ ਇਹਨਾਂ ਨੇ ਕਿਹੜਾ ਰੌਲਾ ਪਾਉਣਾ ਜਾਂ ਇਹਨਾਂ ਦਾ ਕਿਹੜਾ ਪਤਾ ਲੱਗਣਾ ਹੈ, ਉਹ 1 ਮਹੀਨੇ ਬਾਅਦ ਉਹਨਾਂ ਨੂੰ ਟਾਰਗੇਟ ਕੀਤਾ। ਜੇ ਗਲਤ ਕਰ ਰਹੇ ਸੀ ਤਾਂ ਤੁਸੀਂ ਇਹਨਾਂ ਨੂੰ ਉਦੋਂ ਗੱਲ ਕਿਉਂ ਮੰਨੀ ਇਹਨਾਂ ਦੀ, ਤੇ ਜੇ ਮੰਨੀ ਤਾਂ ਹੁਣ ਪਰਚਾ ਕਿਉਂ ਦਿੱਤਾ? ਅਗੇ ਜੇ ਵੀਸੀ ਨਾਲ ਕੁਝ ਹੱਥੋਂ ਪਾਈ ਕੀਤੀ, ਤੁਹਾਡੇ ਕੋਲ ਮੈਨੂੰ ਲੱਗਦਾ ਉਹ ਵੀਡੀਓ ਅਵੇਲੇਬਲ ਹੈ, ਤੁਹਾਨੂੰ ਇੱਕ ਥਾਂ ਤੇ ਵੀ ਨਹੀਂ ਲੱਗੂਗਾ ਕਿਤੇ ਵੀਸੀ ਨੂੰ ਕੋਈ ਫਿਜ਼ੀਕਲੀ ਹੈਂਡਲ ਕੀਤਾ ਗਿਆ। ਉਹ ਆਪਦੇ ਡਰ ਤੋਂ ਮਾਰੇ ਭੱਜ ਰਹੇ ਨੇ, ਕਿਤੇ ਮੋਟਰਸਾਈਕਲ ਤੇ ਬਹਿ ਗਏ, ਕਿਤੇ ਗੱਡੀ 'ਚ ਬਹਿ ਗਏ। ਨੋਬੋਡੀ ਪੁਸ਼ ਹਿਮ, ਨੋਬੋਡੀ ਪੁਸ਼ ਹਿਮ, ਬਟ ਕੀਤਾ ਇਹਨਾਂ ਨੇ। ਉਹਨਾਂ ਵੱਲੋਂ ਸਪਸ਼ਟੀਕਰਨ ਵੀ ਆਇਆ, ਉਹਨਾਂ ਦੇ ਅੱਜ ਬਿਆਨ ਆਏ ਨੇ, ਉਹ ਕਹਿੰਦੇ ਵੀ ਸਟੂਡੈਂਟ ਨਾਲ ਤਾਂ ਮੈਂ ਬਹੁਤ ਮਿਲਦਾ ਵਿਚਰਦਾ, ਪਰ ਜਿਹੜਾ ਸਟੂਡੈਂਟ ਦਾ ਬਿਹੇਵੀਅਰ ਉਹ ਵਧੀਆ ਨਹੀਂ ਹੈਗਾ। ਇਹ ਜਿਹੀਆਂ ਗੱਲਾਂ ਉਹਨਾਂ ਨੇ ਅੱਜ ਕਹੀਆਂ ਨੇ। ਕਿੰਨਾ ਦਿਨਾਂ 'ਚ ਬਿਹੇਵੀਅਰ ਸਹੀ ਨਹੀਂ ਸੀਗਾ? 1 ਮਹੀਨੇ ਪਹਿਲਾਂ, ਤੇ ਉਹ ਅੱਜ ਕਿਉਂ ਕਰ ਰਹੇ ਰਿਐਕਟ? ਉਹਨੂੰ 1 ਮਹੀਨਾ ਪਹਿਲਾਂ ਰਿਐਕਟ ਕਰ ਲੈਂਦੇ। 1 ਮਹੀਨਾ ਬਾਅਦ ਰਿਐਕਟ ਕਿਉਂ ਕਰ ਰਹੇ ਆ? ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਮੈਂ ਇਸ ਯੂਨੀਵਰਸਿਟੀ ਦੇ ਡੈਮੋਕ੍ਰੈਟਿਕ ਸੈਟਅਪ ਦੇ ਖਿਲਾਫ ਨਹੀਂ, ਮੈਂ ਚਾਹੁੰਦਾ ਵੀ ਸੈਨੇਟ ਹੋਵੇ, ਅਸੀਂ ਇਕਜੁੱਟ ਕਿਉਂ ਕੀਤੀਆਂ ਸੀ ਉਹ? ਜੇ ਡੈਮੋਕ੍ਰੈਟਿਕ ਸਿਸਟਮ ਦੇ ਖਿਲਾਫ ਨਹੀਂ ਸੀਗੇ, ਇੱਕ ਜਿਹੜੀ ਕਮੇਟੀ ਬਣਾਈ ਸੀ ਇਹਨਾਂ ਨੇ, ਉਹ ਕਮੇਟੀ ਦੀਆਂ ਜੋ ਰਿਕਮੈਂਡੇਸ਼ਨ ਉਹ ਪੜੀਆਂ ਇਹਨਾਂ ਨੇ, ਦੀ ਜੋ ਪੂਰਾ ਡੈਮੋਕ੍ਰੈਟਿਕ ਸਿਸਟਮ ਦਾ ਸਤਿਆਨਾਸ਼ ਕਰ ਰਹੇ, ਉਹ ਨੋਮੀਨੇਟਡ ਹਾਵੀ ਹੋ ਜਿਓ ਕੋਸ਼ਿਸ਼ ਕਰ ਰਹੇ ਸੀਗੇ। ਜੇ ਉਹ ਇੰਨਾ ਹੀ ਹੱਕ, ਦੇਖੋ ਕਹਿਣ ਨਾਲ ਕਿਸੇ ਦਾ ਪਤਾ ਨਹੀਂ ਲੱਗਦਾ, ਤੁਹਾਡੇ ਕਰਮਾਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕਿੰਨੇ ਕੁ ਕਿਸ ਦੇ ਨਾਲ ਹੋ। ਇਹਨਾਂ ਦੇ ਕਰਮ ਹੀ ਨਹੀਂ ਹੋ। ਜੇ ਕਰਮ ਹੁੰਦੇ ਉਦੋਂ ਮੰਨ ਲਈ ਸੀ ਗੱਲ, ਹੁਣ ਫੇਰ ਉਲਟ ਹੋਣ ਲੱਗ ਗਏ। ਜੇ ਮੰਨ ਲਈ ਸੀ ਗੱਲ ਇਹਨਾਂ ਲੋਕਾਂ ਦੇ ਸੰਘਰਸ਼ ਤੇ, ਫਿਰ ਹੁਣ ਖਿਲਾਫ ਕਿਉਂ ਹੋ ਰਹੇ ਹੋ? ਵੱਲ ਕਦੇ ਵੀ ਨਹੀਂ ਸੀ ਉਹ ਸ਼ੁਮਨ, ਉਹ ਹਮੇਸ਼ਾ ਹੀ ਇਹਦੇ ਖਿਲਾਫ ਰਹੇ ਸੀ। ਉਦੋਂ ਮਜਬੂਰੀ 'ਚ ਕਰਨਾ ਪਿਆ, ਤਾਂ ਜਿੰਨਾ ਕਰਕੇ ਮਜਬੂਰੀ ਬਣੀ, ਜੋ ਵਨ ਆਫ ਦੀ ਵਿਚਾਰੇ ਸਟੂਡੈਂਟ ਜਿਹੜੇ ਸਭ ਤੋਂ ਅੱਗੇ ਲੱਗਦੇ ਸੀ, ਝੰਡਾ ਬਰਦਾਰ ਸੀਗੇ, ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਤੁਹਾਡੇ ਕਰਮਾਂ ਤੋਂ ਪਤਾ ਲੱਗਦਾ ਨਾ ਤੁਸੀਂ ਕਿੰਨੇ ਕੁ ਡੈਮੋਕ੍ਰੈਟਿਕ ਸਿਸਟਮ ਦੇ ਹੱਕ 'ਚ ਹੋ ਜਾਂ ਨੋਮੀਨੇਟਡ ਦੇ ਹੱਕ 'ਚ ਹੋ। ਦੱਸ ਦਿੱਤੇ। ਪੁਲਿਸ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ? ਪੁਲਿਸ ਦਾ ਇੱਕ ਇੰਡੀਪੈਂਡੈਂਟ ਰੋਲ ਹੁੰਦਾ, ਕਿਸੇ ਦਬਾਅ ਹੇਠ ਥੋੜੀ ਪਰਚਾ ਕਰਨਾ ਚਾਹੀਦਾ। ਦੇਸ਼ 'ਚ ਰੱਬ ਕਰੇ ਪੁਲਿਸ ਦਾ ਰੋਲ ਇੰਡੀਪੈਂਡੈਂਟ ਹੋਣ ਲੱਗ ਜੇ, ਫਿਰ ਮਸਲਾ ਹੀ ਕੋਈ ਨਾ ਹੋਵੇ। ਇਹਨਾਂ ਨੇ ਕਰਵਾਇਆ, ਪੁਲਿਸ ਦਾ ਕੀ ਉਹਨਾਂ ਨੂੰ ਕਰਨਾ ਪੈਣਾ? ਤੁਹਾਨੂੰ ਪਤਾ ਹੈ ਯੂਨੀਅਨ ਟੈਰੀਟਰੀ ਕਿੱਥੋਂ ਹੁੰਦੇ ਆ, ਚੱਲਦਾ ਕਿੱਥੋਂ ਆ ਗਲਬਾ, ਤੇ ਵੀਸੀ ਕਿਹਨਾਂ ਨੇ ਭੇਜੇ ਹੋਏ ਨੇ। ਸੋ ਐਵਰੀਥਿੰਗ ਇਜ਼ ਕਲੀਅਰ। ਪੁਲਿਸ ਕੁਝ ਨਹੀਂ ਕਰ ਸਕਦੀ। ਪੁਲਿਸ ਨੂੰ ਤਾਂ ਜੋ ਕਿਹਾ ਜਾਊਗਾ ਉਹ ਕਰਨਗੇ। ਜਿਹੜੇ ਕਹਿਣ ਵਾਲੇ ਨੇ ਉਹ ਆ ਬੈਠੇ ਨੇ ਇੱਧਰ, ਜਿਹਦੇ 'ਚ ਏਬੀਸੀ ਦਾ ਆਫਿਸ ਆ, ਉਧਰ ਘਰ ਉਹਨਾਂ ਦਾ, ਇਹ ਨੇ ਕਹਿਣ ਵਾਲੇ। ਸੋ ਇਹਨਾਂ ਤੇ ਦਬਾਅ ਪਾਉਣਾ ਕਿ ਤੁਸੀਂ ਇਹ ਨਾ ਸਮਝੋ ਕਿ ਅਸੀਂ ਚਲੇ ਗਏ, ਮਸਲਾ ਹੱਲ ਹੋ ਗਿਆ, ਇਲੈਕਸ਼ਨ ਹੋਣੇ ਸ਼ੁਰੂ ਹੋ ਗਏ ਤੇ ਬਸ ਹੁਣ ਜਿਹਨੂੰ ਤੁਸੀਂ ਟਾਰਗੇਟ ਕਰਨਾ ਚਾਹੋ ਕਰ ਸਕਦੇ ਆ, ਨਹੀਂ ਹੋਣ ਨਹੀਂ ਦੇਵਾਂਗੇ। ਜਿਹੜੇ ਵਿਦਿਆਰਥੀਆਂ ਦਾ ਪਰਚਾ ਹੋਇਆ ਤੇ ਵੈਸੇ ਵਿਦਿਆਰਥੀ ਬੈਠੇ ਆ, ਤਾਂ ਕਿ ਅੱਗੇ ਵੀ ਜਿਹੜਾ ਸੰਘਰਸ਼ ਉਸ ਤੋਂ ਟਲਣ ਨਾ, ਕੀ ਮੈਸੇਜ ਦਿਓਗੇ ਉਹਨਾਂ ਨੂੰ?
ਦੇਖੋ ਜੇ ਤੁਸੀਂ ਸੰਘਰਸ਼ ਕਰਨ ਵਾਲੇ ਲੋਕਾਂ ਨਾਲ ਖੜੇ ਨਹੀਂ ਹੋਵੋਗੇ ਤਾਂ ਇਹ ਆਹੀ ਕੁਛ ਕਰਨਗੇ, ਕੱਲਾ ਕੱਲਾ ਕਰਕੇ ਤੁਹਾਨੂੰ ਟਾਰਗੇਟ ਕਰਨਗੇ ਔਰ ਫਿਰ ਤੁਸੀਂ ਸੰਘਰਸ਼ ਕਰ ਨਾ ਸਕੋ, ਉਹਦੇ ਲਈ ਮਜਬੂਰ ਕਰਨਗੇ। ਜੇ ਤੁਸੀਂ ਹਰ ਥਾਂ ਤੇ ਸਮੂਹਕ ਜਨਤਕ ਹੋ ਕੇ ਇਹਨਾਂ ਦਾ ਵਿਰੋਧ ਕਰੋਗੇ ਫਿਰ ਇਹ ਇਸ ਆਦਤ ਤੋਂ ਬਾਜ਼ ਆਉਣਗੇ। ਸੋ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ, ਜੇ ਪਰਚਾ ਵਾਪਸ ਨਹੀਂ ਲੈਣਗੇ ਤਾਂ ਇੱਥੇ ਫਿਰ ਉਹੀ ਰੌਣਕਾਂ ਲਾਓ ਜਿਵੇਂ ਪਹਿਲਾਂ ਲਾਈਆਂ ਸੀ ਇਲੈਕਸ਼ਨਾਂ ਤੋਂ ਪਹਿਲਾਂ, ਕਿਉਂਕਿ ਇਹਨਾਂ ਨੂੰ ਜਵਾਬ ਸਾਨੂੰ ਇਕੱਠੇ ਹੋ ਕੇ ਸੰਗਠਿਤ ਹੋ ਕੇ ਦੇਣਾ ਪਊਗਾ, ਅਦਰਵਾਈਜ਼ ਇਹਨਾਂ ਨੇ ਸੁਣਨਾ ਨਹੀਂ, ਇਹਨਾਂ ਨੇ ਅਦਰਵਾਈਜ਼। ਬਹੁਤ ਸ਼ੁਕਰੀਆ ਪ੍ਰੋ ਪੰਜਾਬ ਨਾਲ ਜੁੜਨ ਵਾਸਤੇ। ਤਾਂ ਇਹ ਸੀਗੇ ਅਮਿਤੋਜ ਮਾਨ, ਇਹ ਪਹਿਲਾਂ ਵੀ ਸ਼ੁਰੂ ਤੋਂ ਸੰਘਰਸ਼ ਜੁੜੇ ਹੋਏ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਵਿਦਿਆਰਥੀਆਂ ਦੀ ਜਿਹੜੀ ਨਵੀਂ ਮੰਗ ਹੈ ਪਰਚਿਆਂ ਨੂੰ ਲੈ ਕੇ ਉਹਦੀ ਸੁਣਵਾਈ ਹੁੰਦੀ ਹੈ, ਪ੍ਰਸ਼ਾਸਨ ਕਰਦਾ ਹੈ ਕਿ ਨਹੀਂ ਕਰਦਾ। ਹੁਣ ਦੇਖਦੇ ਹਾਂ ਕੀ ਬਣਦਾ ਹੈਗਾ।